ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ-ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਠੰਡ ਘੱਟ ਸੀ, ਕਿਉਂਕਿ ਦਿਨ ਦੇ ਵੇਲੇ ਕੱਲ੍ਹ ਬੜੀ ਸੋਹਣੀ ਧੁੱਪ ਨਿਕਲੀ ਹੈ ਤੇ ਧੁੱਪ ਜਦੋਂ ਨਿਕਲਦੀ ਹੈ ਤੇ ਉਦੋਂ ਫਿਰ ਠਾਰੀ ਘਟ ਜਾਂਦੀ ਹੈ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਅਗਲੇ ਹਫ਼ਤੇ ਤੋਂ ਪੰਜਾਬ ਦੇ ਵਿੱਚ ਧੁੰਦ ਨੇ, ਠੰਡ ਨੇ, ਕੋਰੇ ਨੇ ਇੱਕਦਮ ਫਿਰ ਜ਼ੋਰ ਫੜਨਾ। ਪਹਾੜੀ ਖੇਤਰਾਂ ਦੇ ਵੱਲ ਠੰਡ ਲਗਾਤਾਰ ਪੈ ਰਹੀ ਹੈ, ਜਿਹਦੇ ਕਰਕੇ ਮੈਦਾਨੀ ਖੇਤਰਾਂ ਦੇ ਉੱਤੇ ਅਸਰ ਹੁੰਦਾ ਹੈ। ਪਰ ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ ਨਿਕਲਦੀ ਧੁੱਪ ਦੇ ਕਰਕੇ ਠੰਡ ਕੁਝ ਹੱਦ ਤੱਕ ਘਟੀ ਹੈ ਤੇ ਵੈਸੇ ਇਹ ਠੰਡ ਹੋਰ ਵਧੂਗੀ, ਇਹ ਮੌਸਮ ਵਿਭਾਗ ਨੇ ਗੱਲ ਕਹੀ ਹੈ। ਤੇ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਵੀ ਮੀਂਹ ਕਣੀ ਤੇ ਝੱਖੜ ਝੁੱਲੇ ਦੀ ਸੰਭਾਵਨਾ ਹੈ ਨਹੀਂ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਪਿਛਲੇ ਦਿਨੀ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਦੇ ਵਿੱਚ ਜੋ ਬੇਅਦਬੀ ਦੇ ਨਾਂ ਦੇ ਉੱਤੇ ਇੱਕ ਨੌਜਵਾਨ ਮਾਰਿਆ ਗਿਆ, ਕਤਲ ਕੀਤਾ ਗਿਆ, ਉਹਦੇ ਨਾਲ ਸੰਬੰਧਿਤ ਹੈ। ਪਰ ਉਸ ਤੋਂ ਪਹਿਲਾਂ ਇਹ ਜਾਣਕਾਰੀ ਜ਼ਰੂਰ ਦੇਣੀ ਬਣਦੀ ਹੈ, ਸਾਂਝੀ ਕਰਨੀ ਬਣਦੀ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਵਿਧਾਨ ਸਭਾ ਦੀਆਂ ਸਿਰ ਦੇ ਉੱਤੇ ਹੈ ਤੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਇੱਕ ਨਵੀਂ ਖੇਡ ਖੇਡੀ ਜਾ ਰਹੀ ਹੈ, ਜਾਂ ਕਹਿ ਦਈਏ ਨਵੀਂ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਕਲਾਕਾਰਾਂ ਨੂੰ, ਕ੍ਰਿਕਟਰਾਂ ਨੂੰ, ਫਿਲਮ ਅਦਾਕਾਰਾਂ ਨੂੰ ਆਪਣੇ ਨਾਲ ਜੋੜਿਆ ਜਾ ਰਿਹਾ। ਸਿੱਧੂ ਮੂਸੇਵਾਲਾ ਨੂੰ ਨਾਲ ਲੈ ਲਿਆ ਕਾਂਗਰਸ ਨੇ। ਹੁਣ ਕ੍ਰਿਕਟਰ ਹਰਭਜਨ ਸਿੰਘ ਭੱਜੀ ਵੀ ਸ਼ਾਇਦ ਕਾਂਗਰਸ ਦੇ ਵਿੱਚ ਆ ਜਾਵੇ, ਕਿਉਂਕਿ ਪਿਛਲੇ ਦਿਨੀ ਯਾਨੀ ਕਿ 10 ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ਦੇ ਉੱਤੇ ਇੱਕ ਫੋਟੋ ਸਾਂਝੀ ਕੀਤੀ ਸੀ ਭੱਜੀ ਦੇ ਨਾਲ ਆਪਣੀ। ਉਹਦੇ ਉੱਤੇ ਲਿਖਿਆ ਸੀ ਸ਼ਾਈਨਿੰਗ ਸਟਾਰ ਭੱਜੀ, ਸੰਭਾਵਨਾਵਾਂ ਭਰਪੂਰ ਮੁਲਾਕਾਤ। ਤੇ ਹੁਣ ਜਦੋਂ ਲੱਗੇ ਕੱਲ੍ਹ ਭੱਜੀ ਨੇ ਕ੍ਰਿਕਟ ਤੋਂ ਪੂਰੀ ਤਰ੍ਹਾਂ ਸੰਨਿਆਸ ਲੈ ਲਿਆ, ਸਾਰੇ ਫਾਰਮੈਟ ਤੋਂ ਸੰਨਿਆਸ ਲੈ ਲਿਆ, ਅਲਵਿਦਾ ਕਹਿ ਦਿੱਤੀ ਕ੍ਰਿਕਟ ਨੂੰ, ਤਾਂ ਮੰਨਿਆ ਜਾ ਰਿਹਾ ਜੀ ਕਿ ਉਹ ਕਾਂਗਰਸ ਦੇ ਵਿੱਚ ਬਹੁਤ ਜਲਦ ਸ਼ਾਮਲ ਹੋ ਰਿਹਾ। ਉਧਰ ਲੰਘੇ ਕੱਲ੍ਹ ਇਹ ਖਬਰ ਆਈ ਹੈ ਕਿ ਬੀਜੇਪੀ ਦੇ ਵਿੱਚ ਹੋਰ ਵੱਖ-ਵੱਖ ਪਾਰਟੀਆਂ ਦੇ ਕਈ ਆਗੂ ਤਾਂ ਸ਼ਾਮਲ ਹੋਏ ਹੀ ਹੈ, ਪਰ ਜਿਹੜੀ ਫਿਲਮ ਅਦਾਕਾਰਾ ਸ਼ਹਿਨਾਜ਼ ਗਿੱਲ ਹੈ, ਜਿਹਨੂੰ ਅਸੀਂ ਬਿੱਗ ਬੌਸ ਦੇ ਘਰ ਦੇ ਵਿੱਚ ਲੜਦਿਆਂ, ਵਿਵਾਦਾਂ 'ਚ ਤੇ ਚਰਚਾ ਦੇ ਵਿੱਚ ਰਹਿੰਦਿਆਂ ਵੇਖਿਆ, ਉਹਦੇ ਪਿਤਾ ਸੰਤੋਖ ਗਿੱਲ ਵੀ ਸ਼ਾਮਲ ਹੋ ਗਏ ਬੀਜੇਪੀ ਦੇ ਵਿੱਚ, ਉਹ ਵੀ ਆ ਚੁੱਕੇ ਆ। ਕਹਿਣ ਦਾ ਭਾਵ ਇਹ ਹੈ ਜੀ ਕਿ ਸਾਡੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜਿਹੜੀਆਂ ਦੇਸ਼ ਦੀਆਂ, ਉਹ ਇਸ ਵਕਤ ਇੰਨੀਆਂ ਕੁ ਗੈਰ ਸੰਜੀਦਾ ਮੰਨੀਏ ਜਾਂ ਕਹਿ ਦਈਏ ਵੀ ਉਹਨਾਂ ਦੇ ਕੋਲੇ ਇਹੋ ਜਿਹੇ ਲੋਕਾਂ ਦੀ ਘਾਟ ਹੈ ਜਿਹੜੇ ਕਿ ਪੰਜਾਬ ਦੇ ਦੇਸ਼ ਦੇ ਅਸਲ ਮੁੱਦਿਆਂ ਨੂੰ ਸਮਝਦੇ ਹੋਣ, ਜਿਹੜੇ ਕਿ ਗੰਭੀਰ ਲੋਕ ਹੋਣ, ਜਿਹੜੇ ਕਿ ਮੁੱਦਿਆਂ ਦੀ ਗੰਭੀਰਤਾ ਨੂੰ ਸਮਝ ਕੇ ਉਹਨਾਂ ਦਾ ਹੱਲ ਕੱਢ ਸਕਦੇ ਹੋਣ। ਹੁਣ ਤਾਂ ਇਉਂ ਲੱਗਦਾ ਵੀ ਜਿਵੇਂ ਕੋਈ ਫਿਲਮ ਚਲਾਉਣੀ ਹੁੰਦੀ ਹੈ ਤਾਂ ਮਸ਼ਹੂਰ ਚਿਹਰੇ ਪਟ-ਪਟ ਕੇ ਆਪਣੇ ਵੱਲ ਲਿਆਓ। ਜਿਵੇਂ ਮਸ਼ਹੂਰ ਚਿਹਰੇ ਦੇ ਨਾਂ ਦੇ ਉੱਤੇ ਫਿਲਮ ਵਿਕ ਜਾਂਦੀ ਹੈ, ਇਉਂ ਲੱਗਦਾ ਵੀ ਉਵੇਂ ਹੀ ਇਹ ਚੋਣਾਂ ਵੀ ਵਿਕ ਜਾਂਦੀਆਂ, ਕਿਉਂਕਿ ਲੋਕ ਖਿੱਚੇ ਜਾਂਦੇ ਆ ਫੋਟੋਆਂ ਖਿਚਵਾਉਣ ਦੇ ਚੱਕਰ ਦੇ ਵਿੱਚ, ਡਾਇਲੋਗ ਸੁਣਨ ਦੇ ਚੱਕਰ ਦੇ ਵਿੱਚ, ਗਾਣੇ ਸੁਣਨ ਦੇ ਚੱਕਰ 'ਚ ਵੋਟਾਂ ਪਾ ਦਿੰਦੇ ਆ। ਇਹ ਵੱਖਰੀ ਗੱਲ ਆ, ਬਾਅਦ ਦੇ ਵਿੱਚ ਗੋਡੇ 'ਚ ਸਿਰ ਦੇ ਕੇ ਪੰਜਾਬ ਦੇ ਲੋਕ ਰੋਂਦੇ ਵੀ ਆ ਤੇ ਬੜੀ ਵਾਰ ਰੋਏ ਵੀ ਆ। ਤੇ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਆ, ਇਹ ਵਕਤ ਦੱਸੂਗਾ ਵੀ ਭਵਿੱਖ ਦੇ ਵਿੱਚ ਅਸੀਂ ਰੋਂਦੇ ਆ ਕਿ ਨਹੀਂ ਰੋਂਦੇ। ਪਰ ਜਿਹੜੀ ਪਹਿਲੀ ਵੱਡੀ ਖਬਰ ਹੈ ਇਹ ਕਪੂਰਥਲੇ ਦੇ ਨਾਲ ਸੰਬੰਧਿਤ ਹੈ। ਕੁਝ ਦਿਨ ਪਹਿਲਾਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਕਰਦਾ ਨੌਜਵਾਨ ਫੜਿਆ ਗਿਆ, ਉਹਦੇ ਮੁਤਲਕ ਬਹੁਤ ਸਾਰੀਆਂ ਖਬਰਾਂ ਆਈਆਂ। ਉਸ ਤੋਂ ਅਗਲੇ ਦਿਨ ਕਪੂਰਥਲਾ ਦੇ ਨਿਜ਼ਾਮਪੁਰ ਪਿੰਡ ਦੇ ਵਿੱਚ ਜੋ ਕੁਝ ਵਾਪਰਿਆ, ਉਹਦੇ ਬਾਬਤ ਵੀ ਸਾਰੇ ਮੀਡੀਆ ਦਾ ਧਿਆਨ ਖਿੱਚਿਆ ਗਿਆ, ਪੂਰੀ ਦੁਨੀਆ ਦਾ ਧਿਆਨ ਇੱਧਰਲੇ ਪਾਸੇ ਖਿੱਚਿਆ ਗਿਆ। ਪਰ ਉਸੇ ਦਿਨ ਖਬਰ ਇਹ ਆਈ ਸੀ ਕਿ ਬੇਅਦਬੀ ਦੀ ਕੋਸ਼ਿਸ਼ ਕਰਨ ਦੇ ਚੱਕਰ ਦੇ ਵਿੱਚ ਨੌਜਵਾਨ ਨੂੰ ਗ੍ਰੰਥੀ ਸਿੰਘ ਤੇ ਕੁਝ ਲੋਕਾਂ ਦੇ ਵੱਲੋਂ ਫੜ ਕੇ ਅੰਦਰ ਧਾੜ ਦਿੱਤਾ ਗਿਆ, ਗੁਰਦੁਆਰੇ ਦੇ ਵਿੱਚ ਹੋਕਾ ਦਿੱਤਾ ਗਿਆ, ਲੋਕਾਂ ਨੂੰ ਸੱਦਿਆ ਗਿਆ, ਪੁਲਿਸ ਮੌਕੇ ਦੇ ਉੱਤੇ ਪਹੁੰਚੀ, ਪੁਲਿਸ ਲੋਕਾਂ ਨੂੰ ਰੋਕਦੀ ਰਹੀ ਕਿ ਕਮਰੇ ਦੇ ਵਿੱਚ ਨਹੀਂ ਜਾਣਾ, ਕਾਨੂੰਨੀ ਕਾਰਵਾਈ ਕਰਾਂਗੇ। ਉੱਥੇ ਐਸਐਸਪੀ ਸਾਹਿਬ ਜਿਹੜੇ ਉਹ ਵੀ ਪਹੁੰਚੇ ਸੀ, ਹਰਕਮਲਪ੍ਰੀਤ ਸਿੰਘ ਖੱਖ ਹੋਰੀ। ਪਰ ਉਸ ਵਕਤ ਇਹ ਵੀ ਖਬਰ ਆਈ ਕਿ ਤਾਕੀ ਤੋੜ ਕੇ ਕੁਝ ਲੋਕ ਕਮਰੇ ਦੇ ਅੰਦਰ ਵੜ ਗਏ, ਉਹਨਾਂ ਦੇ ਵੱਲੋਂ ਉਸ ਨੌਜਵਾਨ ਨੂੰ ਮਾਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ। ਕੁਝ ਕੁ ਲੋਕਾਂ ਦਾ ਇਹ ਕਹਿਣਾ ਜੀ ਕਿ ਇੱਦਾਂ ਹੋਣਾ ਹੀ ਚਾਹੀਦਾ, ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਨਹੀਂ, ਕਾਨੂੰਨ ਨੂੰ ਆਪਣੇ ਮੁਤਲਕ ਕੰਮ ਕਰਨਾ ਚਾਹੀਦਾ ਆਪਣੇ ਮੁਤਾਬਕ। ਕੁਝ ਲੋਕਾਂ ਦਾ ਇਹ ਕਹਿਣਾ ਜੀ ਕਿ ਜੇਕਰ ਬੇਅਦਬੀ ਦੇ ਮਾਮਲੇ ਦੇ ਉੱਤੇ ਕੁਝ ਹੋਇਆ ਹੁੰਦਾ ਕਾਰਵਾਈ ਦੇ ਰੂਪ ਦੇ ਵਿੱਚ ਅੱਜ ਤੱਕ, ਤਾਂ ਇਹ ਸਾਰਾ ਕੁਝ ਨਾ ਹੁੰਦਾ। ਪਰ ਕੁਝ ਲੋਕਾਂ ਨੇ ਇਹ ਗੱਲ ਕਹੀ ਕਿ ਬੇਅਦਬੀ ਹੋਈ ਕਿੱਥੇ ਆ ਕਪੂਰਥਲੇ ਵਾਲੇ ਮਾਮਲੇ ਦੇ ਵਿੱਚ? ਬੇਅਦਬੀ ਦੀ ਨਾ ਕੋਈ ਵੀਡੀਓ ਆ ਤੇ ਨਾ ਕੋਈ ਚਸ਼ਮਦੀਦ ਆ। ਇਹ ਗੱਲ ਕਹੀ ਗਈ ਸੀ ਕਿ ਨਿਸ਼ਾਨ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਫੜਿਆ ਗਿਆ ਤੇ ਬਾਅਦ ਦੇ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਫਿਰ ਉਹਦੀਆਂ ਕਈ ਵੀਡੀਓ ਵੀ ਸਾਹਮਣੇ ਆਈਆਂ ਜਿਹੜੀਆਂ ਕਿ ਉਹਦੇ ਵੱਲੋਂ ਜੋ ਕੁਝ ਕੀਤਾ ਗਿਆ ਜਾਂ ਜਦੋਂ ਮਾਰ ਦਿੱਤਾ ਗਿਆ ਉਸ ਤੋਂ ਕੁਝ ਘੰਟੇ ਪਹਿਲਾਂ ਨਾਲ ਸੰਬੰਧਿਤ ਸੀ, ਜਿਹਦੇ ਵਿੱਚ ਉਹ ਪਾਟੇ ਝੀਟੇ ਲੀੜੇ ਪਾ ਕੇ ਫਿਰ ਰਿਹਾ। ਇੱਕ ਕੁੜੀ ਉਹਦੀ ਵੀਡੀਓ ਬਣਾ ਰਹੀ ਹੈ, ਉਹਨੂੰ ਪੁੱਛ ਰਹੀ ਆ ਆਪ ਕ੍ਰਿਸ਼ਨਾ ਬਣੇ ਹੋ ਨਾ? ਉਹ ਅੱਗੋਂ ਕੋਈ ਉੱਤਰ ਨਹੀਂ ਦਿੰਦਾ। ਉਹ ਫਿਰ ਕਹਿੰਦੀ ਆ ਅਗਰ ਆਪ ਕ੍ਰਿਸ਼ਨਾ ਬਣੇ ਹੋ ਤਾਂ ਇੱਕ ਬਾਰ ਕੋਈ ਕੰਮ ਕਰਕੇ ਦਿਖਾਓ ਨਾ, ਕੋਈ ਕਰਤੱਵ ਕਰਕੇ ਦਿਖਾਓ। ਉਹ ਕੁਛ ਕਹਿਣਾ ਚਾਹੁੰਦੀ ਹੈ, ਪਰ ਉਹ ਨੌਜਵਾਨ ਆ ਜਿਹੜਾ, ਉਹ ਮੁੰਡਾ ਜਿਹੜਾ ਕਿ ਮਾਰ ਦਿੱਤਾ ਗਿਆ, ਉਹ ਸਿਰ ਹਿਲਾ ਕੇ ਅੱਗੇ ਨੂੰ ਚਲਾ ਜਾਂਦਾ ਤੇ ਉਹਦੀ ਉਹ ਵੀਡੀਓ ਦੇਖ ਕੇ ਇਉਂ ਲੱਗਦਾ ਕਿ ਉਹ ਮਾਨਸਿਕ ਤੌਰ ਦੇ ਉੱਤੇ, ਦਿਮਾਗੀ ਤੌਰ ਦੇ ਉੱਤੇ ਤੰਦਰੁਸਤ ਨਹੀਂ। ਹੁਣ ਤੱਕ ਇਸ ਗੱਲ ਦੇ ਉੱਤੇ ਰਾਜਨੀਤੀ ਵੀ ਸੀ, ਕਿਉਂਕਿ ਜਿਸ ਦਿਨ ਇਹ ਗੱਲ ਕਹੀ ਗਈ ਡੀਐਸਪੀ ਦੇ ਵੱਲੋਂ, ਐਸਐਸਪੀ ਦੇ ਵੱਲੋਂ ਕਿ ਜਿਹੜੇ ਲੋਕਾਂ ਨੇ ਇਹ ਮੁੰਡਾ ਮਾਰਿਆ ਉਹਨਾਂ ਦੇ ਉੱਤੇ ਕਤਲ ਦਾ ਪਰਚਾ ਦਰਜ ਹੋਊਗਾ, ਕਈ ਲੋਕਾਂ ਦੇ ਵੱਲੋਂ ਕਪੂਰਥਲੇ ਦੇ ਵਿੱਚ ਹਾਈਵੇ ਨੂੰ ਜਾਮ ਕੀਤਾ ਗਿਆ। ਪਰ ਲੰਘੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ 2 ਟੁਕ ਕੇ ਗੱਲ ਕਹਿ ਦਿੱਤੀ ਗਈ ਹੈ
ਕਿ ਇਹ ਸਾਰਾ ਕੁਝ ਗਿਣ ਮਿਥ ਕੇ ਕੀਤਾ ਗਿਆ, ਇਹ ਸਾਰਾ ਕੁਝ ਸਹੀ ਨਹੀਂ ਕੀਤਾ ਗਿਆ, ਇਹਦੇ ਵਿੱਚ ਕਤਲ ਦੇ ਪਰਚੇ ਜਾਂ ਬਣਦੀ ਕਾਨੂੰਨੀ ਕਾਰਵਾਈ ਵੀ ਹੋਊਗੀ ਤੇ ਜੋ ਕੁਝ ਕੀਤਾ ਗਿਆ ਉਹ ਮੰਦਭਾਗਾ ਤੇ ਬੇਅਦਬੀ ਇੱਥੇ ਨਹੀਂ ਹੋਈ, ਪਰ ਫਿਰ ਵੀ ਮੁੰਡੇ ਨੂੰ ਮਾਰ ਦਿੱਤਾ ਗਿਆ ਤੇ ਇਹ ਬੜੀ ਮੰਦੜੀ ਗੱਲ ਹੈ। ਹੁਣ ਪਤਾ ਲੱਗਾ ਜੀ ਕਿ ਸੰਬੰਧਿਤ ਗ੍ਰੰਥੀ ਸਿੰਘ ਦੇ ਉੱਤੇ ਪਰਚਾ ਵੀ ਦਰਜ ਕਰ ਲਿਆ ਗਿਆ। ਕੁਝ ਕੁ ਹੋਰ ਲੋਕਾਂ ਦੇ ਉੱਤੇ ਕਾਰਵਾਈ ਦੀ ਵੀ ਤਿਆਰੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਪੂਰਥਲਾ ਦੇ ਵਿੱਚ ਬੇਅਦਬੀ ਨਾ ਹੋਣ ਦੇ ਬਿਆਨ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸਾਬਕਾ SGPC ਪ੍ਰਧਾਨ ਤੇ ਕਪੂਰਥਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰਦੁਆਰੇ ਦੇ ਵਿੱਚ ਦਾਖਲ ਹੋਣ ਦੀ ਘਟਨਾ ਤੇ ਗ੍ਰੰਥੀ ਸਿੰਘ ਦੇ ਬਿਆਨ ਤੱਕ ਹੀ ਸੀਮਿਤ ਹਾਂ, ਬਾਕੀ ਜਾਂਚ ਦਾ ਵਿਸ਼ਾ ਹੈ। ਪਰ ਜਿਹੜੀਆਂ 150 ਬੇਅਦਬੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਮੁੱਖ ਮੰਤਰੀ ਨੇ ਹੁਣ ਤੱਕ ਕੀ ਨਤੀਜਾ ਕੱਢਿਆ। ਪਹਿਲੇ ਦਿਨ ਤੋਂ ਹੀ ਇਸ ਮਾਮਲੇ ਦੇ ਉੱਤੇ ਪੁਲਿਸ ਤੇ ਭੀੜ ਦੀ ਕਾਰਵਾਈ ਦੇ ਉੱਤੇ ਸਵਾਲ ਉੱਠੇ। ਘਟਨਾ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਵੀਡੀਓ ਤੋਂ ਇੱਕ ਗੱਲ ਸਾਫ਼ ਨਜ਼ਰ ਆਈ ਕਿ ਦੋਸ਼ੀ ਨੌਜਵਾਨ ਕੋਈ ਪੇਸ਼ੇਵਰ ਅਪਰਾਧੀ ਨਹੀਂ ਸੀ। 20-22 ਸਾਲ ਦੇ ਕਰੀਬ ਦਾ ਇਹ ਨੌਜਵਾਨ ਸੀ। ਪੁੱਛਗਿੱਛ ਦੀ ਵੀਡੀਓ ਦੇ ਵਿੱਚ ਸ਼ਿਕਾਇਤਕਰਤਾ ਅਮਰਜੀਤ ਨੇ ਖੁਦ ਦੱਸਿਆ ਕਿ ਉਸ ਨੇ ਉਕਤ ਨੌਜਵਾਨ ਨੂੰ ਪਹਿਲੀ ਵਾਰ ਮੌਕੇ ਦੇ ਉੱਤੇ ਰੋਟੀਆਂ ਚੋਰੀ ਕਰਦੇ ਹੋਏ ਦੇਖਿਆ। ਹਾਲ ਹੀ ਵਿੱਚ ਬੇਅਦਬੀ ਦੀ ਕੋਸ਼ਿਸ਼ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਇਸ ਨੌਜਵਾਨ ਨੂੰ ਫੜਿਆ ਗਿਆ ਸੀ। ਵਾਇਰਲ ਵੀਡੀਓ ਦੇ ਵਿੱਚ ਕੁਝ ਲੋਕ ਨੌਜਵਾਨ ਤੋਂ ਪੁੱਛਗਿੱਛ ਕਰਦੇ ਨਜ਼ਰ ਆ ਰਹੇ ਨੇ, ਪਰ ਮਾਨਸਿਕ ਤੌਰ ਦੇ ਉੱਤੇ ਕਮਜ਼ੋਰ ਜਾਪਦਾ ਇਹ ਨੌਜਵਾਨ ਕੁਝ ਦੱਸਣ ਤੋਂ ਅਸਮਰੱਥ ਸੀ। ਅਮਰਜੀਤ ਨੇ ਖੁਦ ਵੀਡੀਓ ਦੇ ਵਿੱਚ ਕਿਹਾ ਕਿ ਬੇਅਦਬੀ ਨਹੀਂ ਹੋਈ, ਪਰ ਫਿਰ ਵੀ ਭੀੜ ਨੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਿਆ ਤੇ ਨੌਜਵਾਨ ਦਾ ਕਤਲ ਕਰ ਦਿੱਤਾ, ਜਿਸ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਹੋਇਆ। ਇਸ ਰਿਪੋਰਟ ਦੇ ਮੁਤਾਬਕ ਨੌਜਵਾਨ ਦੇ ਸਰੀਰ ਦੇ ਉੱਤੇ 30 ਡੂੰਘੀਆਂ ਸੱਟਾਂ ਦੇ ਨਿਸ਼ਾਨ ਮਿਲੇ ਨੇ। ਅਮਰਜੀਤ ਦੀ ਸ਼ਿਕਾਇਤ ਦੇ ਉੱਤੇ ਮ੍ਰਿਤਕ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਦੇ ਵਿੱਚ 295 ਏ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਹਾਲਾਂਕਿ ਪੁਲਿਸ ਸ਼ੁਰੂ ਤੋਂ ਹੀ ਇਹ ਮੰਨ ਰਹੀ ਸੀ ਕਿ ਮਾਮਲਾ ਬੇਅਦਬੀ ਦਾ ਨਹੀਂ, ਪਰ ਫਿਰ ਵੀ ਪੁਲਿਸ ਨੇ ਬੇਅਦਬੀ ਦਾ ਮਾਮਲਾ ਦਰਜ ਕੀਤਾ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਦੱਸਿਆ ਕਿ ਮਾਮਲਾ ਬੇਅਦਬੀ ਦਾ ਨਹੀਂ ਸਗੋਂ ਕਤਲ ਦਾ ਵੀ ਹੈ ਤੇ ਭਰੋਸਾ ਦਿੱਤਾ ਕਿ ਮਾਮਲਾ ਸੁਲਝਾ ਲਿਆ ਜਾਵੇਗਾ। ਜਲਦ ਹੀ FIR ਦਰਜ ਕਰਕੇ ਨਿਪਟਾਰਾ ਕੀਤਾ ਜਾਵੇਗਾ। ਉਂਝ ਪੁਲਿਸ ਨੇ ਕ੍ਰਾਸ ਕੇਸ ਕਰਕੇ ਗੁਰਦੁਆਰੇ ਦੇ ਸੇਵਾਦਾਰ ਅਮਰਜੀਤ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਇਨਸਾਫ ਦੇਣ ਦੀ ਗੱਲ ਕਰ ਰਹੀ ਹੈ, ਪਰ ਸਵਾਲ ਇਹ ਹੈ ਕਿ ਇਨਸਾਫ ਕਿਸ ਨੂੰ ਮਿਲੇਗਾ, ਕਿਉਂਕਿ ਉਸ ਮੁਲਜ਼ਮ ਦਾ ਤਾਂ ਸੰਸਕਾਰ ਵੀ ਹੁਣ ਹੋ ਚੁੱਕਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬੇਅਦਬੀ ਦੀ ਘਟਨਾ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਵਾਪਰਨੀ ਨਹੀਂ ਚਾਹੀਦੀ, ਜਾਂ ਕਿਸੇ ਵੀ ਧਰਮ ਦੇ ਉੱਤੇ ਜਾਂ ਕਿਸੇ ਵੀ ਧਰਮ ਗ੍ਰੰਥ ਦੇ ਉੱਤੇ ਕੋਈ ਟਿੱਪਣੀ ਵੀ ਨਹੀਂ ਕਰਨੀ ਚਾਹੀਦੀ। ਇਹ ਮੇਰੇ ਨਿੱਜੀ ਵਿਚਾਰ ਆ ਤੇ ਬਹੁਗਿਣਤੀ ਲੋਕ ਇਸ ਗੱਲ ਦੇ ਨਾਲ ਸਹਿਮਤ ਆ। ਤੁਸੀਂ ਕਿਸੇ ਧਰਮ ਨੂੰ ਮੰਨਦੇ ਹੋ ਨਹੀਂ ਮੰਨਦੇ, ਇਹ ਇੱਕ ਵੱਖਰਾ ਵਿਸ਼ਾ। ਤੁਸੀਂ ਨਾਸਤਿਕ ਵੀ ਹੋ ਸਕਦੇ ਆ, ਆਸਤਿਕ ਵੀ ਹੋ ਸਕਦੇ ਆ, ਪਰ ਕਿਸੇ ਦੇ ਉੱਤੇ ਨਿੱਜੀ ਜ਼ਾਤੀ ਟਿੱਪਣੀ ਕਰਨਾ ਜਾਂ ਕਿਸੇ ਦੇ ਧਰਮ ਗ੍ਰੰਥ ਦੇ ਬਾਬਤ ਕੋਈ ਗਲਤ ਗੱਲ ਕਹਿਣਾ, ਇਹ ਬਹੁਤ ਵੱਡਾ ਅਪਰਾਧ ਆ, ਨੈਤਿਕ ਤੌਰ ਦੇ ਉੱਤੇ ਵੀ ਤੇ ਕਾਨੂੰਨੀ ਤੌਰ ਦੇ ਉੱਤੇ ਵੀ। ਅਗਲੀ ਗੱਲ ਇਹ ਆ ਕਿ ਅਸੀਂ ਸ਼ੱਕ ਦੇ ਵਿੱਚ ਜੇਕਰ ਕਿਸੇ ਨੂੰ ਮਾਰ ਦਿੰਦੇ ਆ ਜਾਂ ਕਿਸੇ ਨੂੰ ਕੁੱਟਦੇ ਆ, ਇਹਦੇ ਨਾਲ ਸਾਡੀ ਇਮੇਜ, ਸਾਡਾ ਅਕਸ ਆਪਣਾ ਕਿੰਨਾ ਖਰਾਬ ਹੁੰਦਾ, ਸਾਨੂੰ ਇਹਦੇ ਵੱਲ ਵੀ ਖਿਆਲ ਕਰਨਾ ਚਾਹੀਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਰਕਾਰਾਂ ਹੁਣ ਤੱਕ ਨਲਾਇਕ ਸਾਬਤ ਹੋਈਆਂ, ਕਾਨੂੰਨ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ, ਜਿਹਦੇ ਕਰਕੇ ਅੱਜ ਲੋਕ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਨੂੰ ਵੀ ਇਹ ਸਮਝਦੇ ਆ ਕਿ ਠੀਕ ਕੀਤਾ ਸੀ। ਪਰ ਗੱਲ ਇਹ ਹੈ ਵੀ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਦੇ ਕਰਕੇ ਜੋ ਕੁਝ ਬਾਅਦ ਦੇ ਵਿੱਚ ਬੀਤਦਾ, ਉਹਦੇ ਬਾਬਤ ਵੀ ਸਾਨੂੰ ਐਨਾਲਿਸਿਸ ਕਰਨਾ ਚਾਹੀਦਾ। ਤੇ ਅਗਲੀ ਗੱਲ ਇਹ ਹੈ ਕਿ ਕੀ ਬੇਅਦਬੀ ਹੋਈ ਸੀ, ਸਾਨੂੰ ਇਹਦੇ ਉੱਤੇ ਪਹਿਲਾਂ ਵਿਚਾਰ ਕਰਨਾ ਚਾਹੀਦਾ। ਇੱਕ ਤਾਂ ਹੁੰਦਾ ਕਿ ਸ਼ੱਕ ਦੇ ਵਿੱਚ ਕਿਸੇ ਨੂੰ ਮਾਰਤਾ, ਇੱਕ ਹੁੰਦਾ ਜੀ ਕਿ ਬੇਅਦਬੀ ਕੀਤੀ, ਉਹਦੇ ਉੱਤੇ ਅਸੀਂ ਤਾਂ ਸੋਧਾ ਲਾਇਆ। ਹਾਲਾਂਕਿ ਮੇਰੇ ਵਿਚਾਰ ਨਿੱਜੀ ਤੌਰ ਦੇ ਉੱਤੇ ਇਹ ਹੈ ਵੀ ਜੇਕਰ ਕਾਨੂੰਨ ਆਪਣਾ ਕੰਮ ਸਹੀ ਤਰੀਕੇ ਨਾਲ ਕੰਮ ਕਰੇ ਤਾਂ ਕਿਸੇ ਨੂੰ ਵੀ ਕਾਨੂੰਨ ਹੱਥ ਦੇ ਵਿੱਚ ਲੈਣ ਦੀ ਲੋੜ ਨਹੀਂ ਤੇ ਲੈਣਾ ਵੀ ਨਹੀਂ ਚਾਹੀਦਾ, ਕਿਉਂਕਿ ਇਹ ਕਾਨੂੰਨ ਦੇ ਅਧਿਕਾਰ ਖੇਤਰ ਦਾ ਵਿਸ਼ਾ। ਪਰ ਅਗਲੀ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਕਪੂਰਥਲਾ ਕਾਂਡ ਦੇ ਵਿੱਚ ਨਵੇਂ ਖੁਲਾਸੇ ਹੋ ਰਹੇ ਆ, ਉਹ ਵੀ ਸਾਡੀ ਕੋਈ ਇਮੇਜ ਨੂੰ ਬਣਾਉਣ ਵਾਲੇ ਨਹੀਂ। ਜੇਕਰ ਉਹਨੇ ਬੇਅਦਬੀ ਦੀ ਕੋਸ਼ਿਸ਼ ਕੀਤੀ, ਜੇਕਰ ਉਹ ਲੰਗਰ ਹਾਲ ਦੇ ਵਿੱਚ ਜਾਂ ਰੋਟੀ ਛਕ ਰਿਹਾ ਸੀ ਜਾਂ ਰੋਟੀਆਂ ਦੀ ਬੇਅਦਬੀ ਕਰ ਰਿਹਾ ਸੀ ਜਾਂ ਕੁਝ ਵੀ ਇਹੋ ਜਿਹਾ ਕਰ ਰਿਹਾ ਸੀ, ਉਹਨੂੰ ਕੁੱਟ-ਕੁੱਟ ਕੇ ਮਾਰ ਨਹੀਂ ਸੀ ਦੇਣਾ ਚਾਹੀਦਾ। ਭੜਕੇ ਹੋਏ ਲੋਕਾਂ ਦੇ ਵੱਲੋਂ ਜੋ ਕੁਝ ਕੀਤਾ ਗਿਆ, ਉਹਦਾ ਹਰਜਾਨਾ ਇਸ ਵਕਤ ਕਾਨੂੰਨੀ ਤੌਰ ਦੇ ਉੱਤੇ ਭਰਨਾ ਪੈ ਸਕਦਾ। ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਤਾਂ ਹੁਣ ਇਹਦੇ ਉੱਤੇ ਕਾਰਵਾਈ ਸ਼ੁਰੂ ਹੋਈ ਹੈ। ਪਰ ਜਦੋਂ ਕਪੂਰਥਲਾ ਦੇ SSP ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਇਹ ਮਾਮਲਾ ਬੇਅਦਬੀ ਦਾ ਨਹੀਂ ਜਾਪਦਾ, ਇਹ ਮਾਮਲਾ ਪਹਿਲੀ ਨਜ਼ਰ ਦੇ ਵਿੱਚ ਚੋਰੀ ਦਾ ਜਾਪਦਾ, ਉਦੋਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਧਰਨਾ ਵੀ ਲਾਇਆ ਗਿਆ। ਪਰ ਬੇਨਤੀ ਇਹ ਹੈ ਕਿ ਭਵਿੱਖ ਦੇ ਵਿੱਚ ਅਸੀਂ ਆਪੋ ਆਪਣੀਆਂ ਧਾਰਮਿਕ ਥਾਵਾਂ ਦੀ ਨਿਗਰਾਨੀ ਵੀ ਕਰੀਏ। ਸਾਨੂੰ ਇਹ ਚਾਹੀਦਾ, ਸਾਡਾ ਇਹ ਫਰਜ਼ ਬਣਦਾ ਕਿ ਕਿਤੇ ਵੀ ਕੁਝ ਅਣਸੁਖਾਵਾਂ ਨਾ ਵਾਪਰੇ ਜਿਹਦੇ ਕਰਕੇ ਮਾਹੌਲ ਖਰਾਬ ਹੋਵੇ। ਪਰ ਅਸੀਂ ਇਹ ਵੀ ਖਿਆਲ ਰੱਖੀਏ ਵੀ ਜੋ ਸਾਨੂੰ ਲੱਗ ਰਿਹਾ ਸ਼ੱਕ ਦੇ ਰੂਪ ਦੇ ਵਿੱਚ, ਇਹ ਜ਼ਰੂਰੀ ਨਹੀਂ ਕਿ ਸ਼ੱਕ ਸਹੀ ਵੀ ਹੋਵੇ। ਪਹਿਲਾਂ ਸਾਨੂੰ ਇਸ ਗੱਲ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ ਕਿ ਜਿਹੜੇ ਬੰਦੇ ਨੂੰ ਅਸੀਂ ਫੜਿਆ, ਜੇਕਰ ਉਹਨੂੰ ਅੱਖੀਂ ਕੁਝ ਗਲਤ ਕਰਦਿਆਂ, ਅੰਗਾਂ ਦੀ ਬੇਅਦਬੀ ਕਰਦਿਆਂ ਜਾਂ ਕੁਝ ਹੋਰ ਗਲਤ ਕੰਮ ਕਰਦਿਆਂ ਨਹੀਂ ਦੇਖਿਆ,
ਤਾਂ ਉਹਦੇ ਕੋਲੋਂ ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਜਾਵੇ। ਹੁਣ ਤਾਂ ਕੁਝ ਕੁ ਲੋਕਾਂ ਦੇ ਵੱਲੋਂ, ਮਾਹਿਰਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਹੋ ਸਕਦਾ ਕੋਈ ਸਾਜ਼ਿਸ਼ ਘਾੜੇ ਆ ਜਿਹੜੇ ਉਹ ਨਸ਼ਾ ਪੱਤਾ ਕਰਾ ਕੇ ਬੰਦੇ ਨੂੰ ਤੇ ਭੇਜ ਦਿੰਦੇ ਹੁਣ ਕਿ ਜਾ ਆਹ ਕੰਮ ਕਰਿਆ, ਤੇ ਸਾਨੂੰ ਉਹ ਬੰਦਾ ਫੜ ਕੇ 10 12 15 ਘੰਟੇ ਬਾਅਦ ਜਦੋਂ ਉਹਦਾ ਨਸ਼ਾ ਉਤਰ ਜੇ, ਜਦੋਂ ਉਹ ਨੋਰਮਲ ਸਥਿਤੀ ਦੇ ਵਿੱਚ ਆਵੇ, ਉਦੋਂ ਇੱਕ ਵਾਰ ਫਿਰ ਪੁੱਛਗਿੱਛ ਕਰਨੀ ਚਾਹੀਦੀ ਹੈ। ਕੀ ਪਤਾ ਸਾਨੂੰ ਇਸ ਗੱਲ ਦੀ ਸੂਈ ਮਿਲ ਜੇ ਵੀ ਇਹ ਕਿਹਨੇ ਭੇਜਿਆ, ਇਹ ਕਾਹਤੋਂ ਭੇਜਿਆ ਗਿਆ, ਇਹਦੇ ਪਿੱਛੇ ਛੜਯੰਤਰ ਕਿਹੜਾ, ਇਹਦੇ ਪਿੱਛੇ ਤਾਕਤਾਂ ਕਿਹੜੀਆਂ। ਸੋ ਸਾਨੂੰ ਹਰ ਪੱਖ ਦੇ ਵੱਲ ਦੇਖਣਾ ਪਊਗਾ। ਬੇਅਦਬੀ ਕਿਤੇ ਨਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ, ਪਰ ਸ਼ੱਕ ਦੇ ਵਿੱਚ ਅਸੀਂ ਕਿਸੇ ਬੰਦੇ ਦੇ ਉੱਤੇ ਕਹਿਰ ਨਾ ਢਾਗੇ, ਇਹਦੇ ਵੱਲ ਵੀ ਸਾਨੂੰ ਖਿਆਲ ਕਰਨਾ ਪੈਣਾ। ਲੰਘੇ ਕੱਲ੍ਹ ਬਿਕਰਮ ਸਿੰਘ ਮਜੀਠੀਆ ਦੀ ਆਸ ਦੇ ਉੱਤੇ ਪਾਣੀ ਫਿਰ ਗਿਆ। ਬਿਕਰਮ ਸਿੰਘ ਮਜੀਠੀਆ ਨੂੰ ਪਿਛਲੇ 4 ਦਿਨ ਤੋਂ ਪੰਜਾਬ ਦੀ ਪੁਲਿਸ ਲੱਭ ਨਹੀਂ ਸਕੀ। ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਹੋਈ, ਨਤੀਜਾ 0। ਰਾਜਸਥਾਨ ਦੇ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਹੋਈ, ਨਤੀਜਾ ਕੀ ਨਿਕਲਿਆ 0। ਤੇ ਹੁਣ ਪਤਾ ਲੱਗਾ ਕਿ ਯੂਪੀ ਦੇ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ, ਨਤੀਜਾ ਹਾਲੇ ਤੱਕ ਨਿਕਲ ਰਿਹਾ 0। ਤੇ ਕੱਲ੍ਹ ਦਾ ਕੁਝ ਕਹਿ ਨਹੀਂ ਸਕਦੇ, ਅਗਲੇ ਪਲ ਦਾ ਕੁਝ ਕਹਿ ਨਹੀਂ ਸਕਦੇ, ਪਰ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਥਹੁ ਪਤਾ ਟਿਕਾਣਾ ਬਿਕਰਮ ਸਿੰਘ ਮਜੀਠੀਆ ਦਾ ਨਹੀਂ ਲੱਗਾ। ਇਹਦੇ ਨਾਲ ਪੰਜਾਬ ਦੀ ਪੁਲਿਸ ਦੀ ਤੇ ਪੰਜਾਬ ਦੀ ਸਰਕਾਰ ਦੀ ਵੀ ਕਿਰਕਰੀ ਹੋ ਰਹੀ ਹੈ। ਉਹਦਾ ਕਾਰਨ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਕਾਲੇ ਕਦਮੀ ਪਰਚਾ ਦਰਜ ਕਰਕੇ ਕਾਲੇ ਕਦਮੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਨਤੀਜਾ ਤਾਂ ਹਾਲੇ ਤੱਕ 0 ਹੈ। ਤੇ ਬਾਕੀ ਕੱਲ੍ਹ ਦਾ ਕੁਝ ਕਹਿ ਨਹੀਂ ਸਕਦੇ, ਪਰ ਜੰਗ ਦੇਖੋ ਸ਼ਬਦਕ ਕਿਹੋ ਜਿਹੀ ਚੱਲ ਰਹੀ ਹੈ। ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਵੀ ਸਾਡੇ ਪੰਜਾਬ ਦੇ ਵਿੱਚ ਮੁੱਦੇ ਕਿਹੜੇ ਆ ਤੇ ਗੱਲ ਕਿਹੜੀ ਕੀਤੀ ਜਾ ਰਹੀ ਹੈ। ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿ ਰਹੇ ਆ ਜੀ ਕਿ ਕੇਜਰੀਵਾਲ ਨੇ ਮਾਫੀ ਮੰਗੀ ਸੀ ਬਿਕਰਮ ਸਿੰਘ ਮਜੀਠੀਆ ਦੇ ਕੋਲੋਂ ਨਸ਼ੇ ਦੇ ਮਾਮਲੇ ਦੇ ਵਿੱਚ, ਤੇ ਉਹ ਮਾਫੀ ਦਵਾਈ ਸੀਗੀ ਮਨਜਿੰਦਰ ਸਿੰਘ ਸਿਰਸਾ ਨੇ, ਜਿਹੜੇ ਕਿ ਹੁਣ ਬੀਜੇਪੀ 'ਚ ਚਲੇ ਗਏ। ਉਸ ਵੇਲੇ ਉਹ ਅਕਾਲੀ ਦਲ ਦੇ ਵਿੱਚ ਸੀ। ਉਹ ਕਹਿੰਦੇ ਜੀ ਕਿ ਪੁਲ ਦਾ ਕੰਮ ਕੀਤਾ ਸੀਗਾ ਕੇਜਰੀਵਾਲ ਤੇ ਮਜੀਠੀਆ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ। ਹੁਣ ਮਨਜਿੰਦਰ ਸਿੰਘ ਸਿਰਸਾ ਨੇ ਅੱਗੋਂ ਇਹ ਗੱਲ ਕਹੀ ਹੈ, ਇਹ ਤਾੜਨਾ ਦਿੱਤੀ ਹੈ ਕਿ ਜਾਂ ਤਾਂ ਮੁੱਖ ਮੰਤਰੀ ਦੇ ਵੱਲੋਂ ਇਸ ਗੱਲ ਦਾ ਕੋਈ ਸਬੂਤ ਪੇਸ਼ ਕੀਤਾ ਜਾਵੇ ਕਿ ਮੈਂ ਵਿਚਾਲੇ ਪੁਲ ਬਣਿਆ ਸੀ, ਮੈਂ ਵਿਚੋਲਾ ਬਣਿਆ, ਮਾਫੀ ਦਿਵਾਉਣ ਵਾਲਿਆਂ ਦੇ ਵਿੱਚ ਸੀ, ਤੇ ਜੇਕਰ ਸਬੂਤ ਨਹੀਂ ਤਾਂ ਫਿਰ ਜਨਤਕ ਤੌਰ 'ਤੇ ਮਾਫੀ ਮੰਗੀ ਜਾਵੇ, ਤੇ ਜੇਕਰ ਮਾਫੀ ਨਹੀਂ ਮੰਗਣੀ ਤਾਂ ਫਿਰ ਤਿਆਰੀ ਖਿੱਚ ਲਓ ਜੀ, ਮੈਂ ਮਾਣਹਾਨੀ ਦਾ ਕੇਸ ਕਰਨ ਲੱਗਾ, ਮੈਂ ਦਿੱਲੀ ਦੇ ਗੇੜੇ ਕਢਾਊਂਗਾ। ਸੋ ਇਸ ਤਰੀਕੇ ਦੀ ਜੰਗ ਇਸ ਵਕਤ ਚੱਲ ਰਹੀ ਹੈ। ਪਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਾ ਮਿਲਣਾ ਤੇ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੇ ਲਈ ਮਜਬੂਰ ਹੋਣਾ, ਕਾਂਗਰਸੀਆਂ ਨੂੰ ਵਕਤੀ ਤੌਰ ਦੇ ਉੱਤੇ ਇਹ ਲੱਗ ਰਿਹਾ ਜੀ ਕਿ ਅਸੀਂ ਮੱਲ ਮਾਰ ਲਈ। ਅਕਾਲੀ ਦਲ ਦੇ ਆਗੂ ਕਹਿੰਦੇ ਜੀ ਕਿ ਅਸੀਂ ਇੱਕ ਵਾਰ ਫਿਰ ਉੱਭਰਾਂਗੇ, ਸਾਡਾ ਕੋਈ ਨੁਕਸਾਨ ਨਹੀਂ ਹੋਣਾ। ਆਮ ਆਦਮੀ ਪਾਰਟੀ ਕਹਿੰਦੀ ਇਹ ਪਖੰਡਬਾਜ਼ੀ ਹੋ ਰਹੀ ਹੈ। ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਨਹੀਂ, ਇਹ ਸਾਰਾ ਕੁਝ ਸਾਜ਼ਿਸ਼ੀ ਤਰੀਕੇ ਨਾਲ ਹੋਇਆ, ਸਭ ਦੇ ਵਿਚਾਰ ਆਪੋ ਆਪਣੇ ਆ। ਪਰ ਗਜੇਂਦਰ ਸਿੰਘ ਸ਼ੇਖਾਵਤ ਦਾ ਇਹ ਕਹਿਣਾ ਵੀ ਜੋ ਕੁਝ ਤੁਸੀਂ ਕੀਤਾ ਤੇ ਜਦੋਂ ਹੁਣ ਪਾਪਾ ਦਾ ਘੜਾ ਭਰ ਗਿਆ ਤੇ ਇਹ ਇੱਕ ਨਾ ਇੱਕ ਦਿਨ ਭੱਜਣਾ ਹੀ ਸੀ, ਟੁੱਟਣਾ ਹੀ ਸੀਗਾ। ਸੋ ਸਭ ਦੇ ਵਿਚਾਰ ਇਸ ਵਕਤ ਲੀਡਰਾਂ ਦੇ ਆਪੋ ਆਪਣੇ ਆ। ਪਰ ਜਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਆ, ਉਹਦੇ ਤੋਂ ਬਾਅਦ ਇਹ ਜ਼ਰੂਰ ਸੋਚਣਾ ਬਣਦਾ ਹੈ ਵੀ ਬਿਕਰਮ ਸਿੰਘ ਮਜੀਠੀਆ 'ਤੇ ਕੀ ਕਾਰਵਾਈ ਹੁੰਦੀ ਹੈ, ਕੀ ਨਹੀਂ ਹੁੰਦੀ। ਇਹ ਚਲੋ ਕਾਨੂੰਨ ਦੇ ਹਿੱਸੇ ਦੀ ਗੱਲ ਆ, ਇਹਦੇ ਉੱਤੇ ਆਪਾਂ ਟਿੱਪਣੀ ਨਹੀਂ ਕਰਦੇ ਬਹੁਤੀ। ਪਰ ਇਹ ਦੱਸੋ ਕਿ ਕੀ ਪੰਜਾਬ ਦੇ ਵਿੱਚੋਂ ਹੁਣ ਨਸ਼ਾ ਮੁੱਕ ਗਿਆ, ਜਾਂ ਕੀ ਪਿਛਲੇ 5 ਵਰ੍ਹਿਆਂ ਦੇ ਵਿੱਚ ਪੰਜਾਬ 'ਚ ਨਸ਼ਾ ਨਹੀਂ ਸੀ ਵਿਕ ਰਿਹਾ? ਨਸ਼ਾ ਪਹਿਲਾਂ ਵੀ ਬਹੁਤ ਵਿਕਦਾ ਸੀ, ਨਸ਼ਾ ਅੱਜ ਵੀ ਵਿਕ ਰਿਹਾ। ਪੰਜਾਬ ਦੀ ਜਵਾਨੀ ਪਹਿਲਾਂ ਵੀ ਬਰਬਾਦ ਕੀਤੀ ਜਾ ਰਹੀ ਸੀ, ਪੰਜਾਬ ਦੀ ਜਵਾਨੀ ਅੱਜ ਵੀ ਬਰਬਾਦ ਹੋ ਰਹੀ ਹੈ। ਪਹਿਲਾਂ ਕੋਈ ਹੋਰ ਵਾਛੜ ਕਰਦਾ ਸੀ ਦੋਸ਼ਾਂ ਦੀ, ਅੱਜ ਕੋਈ ਵਾਛੜ ਹੋਰ ਕਰ ਰਿਹਾ ਦੋਸ਼ਾਂ ਦੀ। ਤੇ ਸਿੱਟਾ ਕੀ ਨਿਕਲਦਾ? ਸਿਰਫ ਤੇ ਸਿਰਫ ਘੁੰਮਣ ਘੇਰੀ। ਸਿੱਟਾ ਕੀ ਨਿਕਲਦਾ? ਇਹਨੇ ਇਹਨੂੰ ਮਾੜਾ ਕਹਿਤਾ, ਇਹਨੇ ਇਹਦੀ ਲੱਤ ਖਿੱਚ ਲਈ, ਇਹਨੇ ਇਹਦੀ ਪੂਛ ਤੇ ਪੈਰ ਧਰਤਾ। ਆਹ ਗੱਲਾਂ ਇਸ ਵੇਲੇ ਚੱਲ ਰਹੀਆਂ, ਹੋਰ ਕੁਝ ਵੀ ਨਹੀਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਡਰੱਗ ਕੇਸ ਦੇ ਵਿੱਚ ਨਾਮਜ਼ਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਮੋਹਾਲੀ ਦੀ ਅਦਾਲਤ ਨੇ 14 ਸਫ਼ਿਆਂ ਦਾ ਆਰਡਰ ਜਾਰੀ ਕਰਦੇ ਹੋਏ ਇਹ ਫੈਸਲਾ ਸੁਣਾਇਆ। ਇਸ ਤੋਂ ਪਹਿਲਾਂ ਮਜੀਠੀਆ ਤੇ ਸਰਕਾਰ ਦੇ ਵਕੀਲਾਂ ਦੇ ਵਿੱਚ ਖੂਬ ਬਹਿਸ ਹੋਈ। ਇਸ ਤੋਂ ਬਾਅਦ ਮੋਹਾਲੀ ਦੀ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਮਜੀਠੀਆ ਦੇ ਵਕੀਲ ਨੇ ਕਿਹਾ ਕਿ ਉਹਨਾਂ ਦੇ ਕੋਲ ਹਾਈ ਕੋਰਟ ਜਾਣ ਦਾ ਬਦਲ ਖੁੱਲ੍ਹਿਆ, ਜਲਦ ਹੀ ਉਹ ਆਪਣੀ ਪਟੀਸ਼ਨ ਉੱਥੇ ਦਾਖਲ ਕਰਨਗੇ, ਸ਼ਾਇਦ ਅੱਜ ਹੀ। ਮੋਹਾਲੀ ਕੋਰਟ ਦੇ ਵਿੱਚ ਮਜੀਠੀਆ ਨੇ ਵੀਰਵਾਰ ਨੂੰ ਪਟੀਸ਼ਨ ਦਾਇਰ ਕੀਤੀ ਸੀ, ਜਿਹਦੇ ਤੇ ਕੋਰਟ ਨੇ ਮਜੀਠੀਆ ਤੇ ਸਰਕਾਰ ਦੇ ਵਕੀਲਾਂ ਦੀ ਬਹਿਸ ਸੁਣੀ, ਜਿਸ ਤੋਂ ਬਾਅਦ ਸਪੈਸ਼ਲ ਕੋਰਟ ਦੇ ਜੱਜ ਸੰਦੀਪ ਕੁਮਾਰ ਸਿੰਗਲਾ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ। ਇਹਦੇ ਵਿੱਚ ਕੇਸ ਦੇ ਜਾਂਚ ਅਫਸਰ ਨੂੰ ਪੂਰਾ ਰਿਕਾਰਡ ਲੈ ਕੇ ਪੇਸ਼ ਹੋਣ ਵਾਸਤੇ ਕਿਹਾ ਗਿਆ ਸੀ। ਅਕਾਲੀ ਨੇਤਾ ਮਜੀਠੀਆ ਦੇ ਖਿਲਾਫ ਪੰਜਾਬ ਪੁਲਿਸ ਨੇ ਮੋਹਾਲੀ ਕ੍ਰਾਈਮ ਬ੍ਰਾਂਚ ਥਾਣੇ ਦੇ ਵਿੱਚ NDPS ਐਕਟ ਦੀ ਧਾਰਾ 25, 27A ਤੇ 29 ਦੇ ਤਹਿਤ ਪਰਚਾ ਦਰਜ ਕੀਤਾ ਹੈ। ਮਜੀਠੀਆ ਦੇ ਤਾਰ ਪੰਜਾਬ ਦੇ ਕੁਝ ਸਾਲ ਪਹਿਲਾਂ ਬੇਨਕਾਬ ਹੋਏ 6000 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਰੈਕਟ ਦੇ ਨਾਲ ਜੋੜੇ ਗਏ ਨੇ। ਅਕਾਲੀ ਨੇਤਾ ਮਜੀਠੀਆ ਦੇ ਖਿਲਾਫ ਸੋਮਵਾਰ ਰਾਤ ਨੂੰ ਕੇਸ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਪੁਲਿਸ ਨੇ ਤੁਰੰਤ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ਦੇ ਵਿੱਚ ਰੇਡ ਕੀਤੀ। ਹਾਲਾਂਕਿ ਮਜੀਠੀਆ ਉੱਥੇ ਨਹੀਂ ਮਿਲੇ। ਮਜੀਠੀਆ ਪੰਜਾਬ ਪੁਲਿਸ ਦੀ ਸੁਰੱਖਿਆ ਛੱਡ ਕੇ ਉਦੋਂ ਤੱਕ ਅੰਡਰਗਰਾਊਂਡ ਹੋ ਚੁੱਕੇ ਸਨ। ਪੁਲਿਸ ਨੇ ਮਜੀਠੀਆ ਦੀ ਭਾਲ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਛਾਪੇਮਾਰੀ ਕੀਤੀ, ਪਰ ਹਾਲੇ ਤੱਕ ਹੱਥ ਪੱਲੇ ਕੱਖ ਨਹੀਂ ਲੱਗਿਆ।
ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਸ ਵਕਤ ਅਕਾਲੀ ਦਲ ਤੇ ਕਾਂਗਰਸ ਦੇ ਆਗੂਆਂ ਦੀ ਆਪਸ ਦੇ ਵਿੱਚ ਸ਼ਬਦਕ ਜੰਗ ਚੱਲ ਰਹੀ ਹੈ। ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਪੰਜਾਬ ਦੀਆਂ ਉਹ ਇਸ ਵਕਤ ਖੁਦ ਨੂੰ ਪਾਕ ਸਾਫ਼ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਕਿਹੜ-ਕੱਢੂ ਰਾਜਨੀਤੀ ਹੈ, ਇਹ ਬਦਲਾ ਲਊ ਭਾਵਨਾ ਤੇ ਪਰਚਾ ਦਰਜ ਕੀਤਾ ਗਿਆ। ਇਹਨਾਂ ਦੇ ਹੱਥ ਪੱਲੇ ਹੋਰ ਕੋਈ ਸਬੂਤ ਨਹੀਂ ਸੀ, ਕੋਈ ਮੁੱਦਾ ਨਹੀਂ ਸੀ, ਇਸ ਕਰਕੇ ਚੋਣਾਂ ਦੇ ਵਿੱਚ ਉਲਝਾਉਣ ਦੇ ਲਈ ਸਾਨੂੰ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ, ਪਰ ਅਸੀਂ ਉਲਝਾਂਗੇ ਨਹੀਂ। ਹੁਣ ਰਾਜਨੀਤਿਕ ਮਾਹਰ ਆ ਜਿਹੜੇ ਉਹ ਇਸ ਗੱਲ ਦੇ ਉੱਤੇ ਤੋਲ ਤਕਾਂਤ ਕਰ ਰਹੇ ਆ। ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਕੋਈ ਕਹਿੰਦਾ ਜੀ ਕਿ ਇਹ ਪਰਚਾ ਦਰਜ ਹੋਣ ਦੇ ਨਾਲ ਅਕਾਲੀ ਦਲ ਥੋੜ੍ਹਾ ਜਿਹਾ ਨੀਵਾਂ ਜਾਊਗਾ। ਕਿਸੇ ਦਾ ਇਹ ਕਹਿਣਾ ਜੀ ਕਿ ਸੁਖਬੀਰ ਸਿੰਘ ਬਾਦਲ ਹੀ ਮੁੱਖ ਮੰਤਰੀ ਬਣਨਗੇ, ਇੱਕਦਮ ਉਭਾਰ ਆਊਗਾ ਅਕਾਲੀ ਦਲ ਦੇ ਵਿੱਚ। ਸੋ ਜਿੰਨੇ ਲੋਕ ਆ, ਜਿੰਨੇ ਮੂੰਹ ਆ, ਉਨੀਆਂ ਗੱਲਾਂ। ਇਸ ਵਕਤ ਸਮੇਂ ਨੇ ਕੀ ਹਾਲਾਤ ਬਿਆਨ ਕਰਨੇ ਆ ਇਹਦੇ ਬਾਬਤ ਅੰਦਾਜ਼ਾ ਹੀ ਆ, ਤੀਰ ਨਹੀਂ ਤਾਂ ਤੁੱਕਾ ਜਿਵੇਂ ਕਿ ਸਾਡਾ ਚੱਲਦਾ। ਇਸ ਵਕਤ ਪੰਜਾਬੀਆਂ ਦਾ ਵੱਡਾ ਹਿੱਸਾ ਇਸ ਗੱਲ ਦੇ ਵਿੱਚ ਯਕੀਨ ਕਰ ਰਿਹਾ। ਪਰ ਗੱਲ ਇਹ ਹੈ ਕਿ ਕੀ ਪੰਜਾਬ ਦੇ ਵਿੱਚ ਸਾਰੇ ਮਸਲੇ ਹੱਲ ਹੋ ਗਏ? ਕੀ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਹੋਏ ਕੱਲੇ-ਕੱਲੇ ਵਾਅਦੇ ਨੂੰ ਸੂਬੇ ਦੀ ਸਰਕਾਰ ਨੇ ਪੂਰਾ ਕੀਤਾ? ਇਹ ਟਾਰਾਂ ਮਾਰਨ ਦਾ ਵੇਲਾ ਨਹੀਂ ਕਿ ਦੇਖੋ ਜੀ ਅਸੀਂ ਫੜ ਕੇ ਅੰਦਰ ਦੇ ਦਿਆਂਗੇ, ਹੁਣ ਦੇਖੋ ਮਜੀਠੀਆ ਇੱਦਾਂ ਫਿਰਦਾ, ਹੁਣ ਦੇਖੋ ਜੀ ਆਹ ਕੁਝ ਕਰ ਦਿੰਦੇ ਆ। ਜੇ ਅੱਜ ਸਰਕਾਰ ਹੁੰਦੀ ਅਕਾਲੀ ਦਲ ਦੀ ਤੇ ਕਾਂਗਰਸ ਦਾ ਕੋਈ ਨਾ ਕੋਈ ਮੰਤਰੀ ਜਾਂ ਕੋਈ ਨਾ ਕੋਈ ਨੁਮਾਇੰਦਾ ਹੁੰਦਾ ਤੇ ਚੋਣ ਜ਼ਾਬਤਾ ਲੱਗਣ ਦੇ ਵਿੱਚ 10-12 ਦਿਨ ਬਾਕੀ ਹੁੰਦੇ ਤੇ ਉਹਦੇ ਉੱਤੇ ਕਾਂਗਰਸੀ ਦੇ ਉੱਤੇ ਕਾਰਵਾਈ ਹੁੰਦੀ, ਤਾਂ ਉਦੋਂ ਅਕਾਲੀ ਦਲ ਦੇ ਉੱਤੇ ਵੀ ਇਹੀ ਸਵਾਲ ਉੱਠਣਾ ਸੀ। ਅਸੀਂ ਉਦੋਂ ਵੀ ਇਹ ਗੱਲ ਕਹਿਣੀ ਸੀ ਵੀ ਇਹ ਇੱਕ ਚੋਣ ਡਰਾਮਾ, ਇਹਦੇ ਵਿੱਚ ਹੋਰ ਕੁਝ ਨਹੀਂ ਗਾ। ਕਿਉਂਕਿ ਤੁਸੀਂ 5 ਸਾਲ ਕੁਝ ਨਹੀਂ ਕੀਤਾ। ਮੁੱਖ ਮੰਤਰੀ ਕੈਪਟਨ ਨੂੰ ਬਦਲਿਆ ਕਿੰਨੇ ਦਿਨ ਹੋ ਗਏ, ਤੁਸੀਂ DGP ਬਦਲਣ ਦੇ ਵਿੱਚ ਹੀ ਮਸਰੂਫ ਰਹੇ ਹੋ। ਤੁਹਾਡੀ ਸੰਤੁਸ਼ਟੀ ਆਪਣੇ ਆਪ ਦੇ ਵਿੱਚ ਕਿਸੇ ਗੱਲ ਤੇ ਨਹੀਂ ਹੁੰਦੀ ਤੇ ਆਪ ਜੀ ਹੁਣ ਕਿਹੜੀ ਮੱਲ ਮਾਰਨ ਦੀ ਗੱਲ ਕਰਦੇ ਹੋ। ਸੋ ਪੰਜਾਬ ਦੇ ਵਿੱਚੋਂ ਨਸ਼ਾ ਮੁੱਕਿਆ ਨਹੀਂ, ਨਸ਼ਾ ਘਟਿਆ ਨਹੀਂ। ਨਸ਼ਾ ਜਿਹੜੇ ਲੋਕ ਕਰਦੇ, ਜਿਹੜੇ ਲੋਕ ਵੇਚਦੇ, ਜਿੱਥੋਂ ਆਉਂਦਾ ਜਿਵੇਂ ਆਉਂਦਾ, ਇਹ ਸਾਰਾ ਕੁਝ ਉਵੇਂ ਦਾ ਉਵੇਂ ਜਾਰੀ। ਇਹ ਕਿਵੇਂ ਸੰਭਵ ਹੋ ਸਕਦਾ ਵੀ ਪੰਜਾਬ ਦੀ ਸਰਕਾਰ ਬਹੁਤ ਫਿਕਰਮੰਦ ਹੋਵੇ ਨਸ਼ੇ ਖਤਮ ਕਰਨ ਦੇ ਲਈ ਤੇ ਨਸ਼ਾ ਫੇਰ ਵੀ ਵਿਕੀ ਜਾਂਦਾ ਹੋਵੇ? ਰੇਤ ਨੂੰ ਸਸਤਾ ਕਰਨ ਦੇ ਲਈ ਬਹੁਤ ਫਿਕਰਮੰਦ ਹੋਵੇ ਪਰ ਰੇਤ ਫੇਰ ਵੀ ਮਹਿੰਗੀ ਵਿਕਦੀ ਹੋਵੇ। ਸੋ ਇਹ ਗੱਲਾਂ ਜਿਹੜੀਆਂ ਉਹ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਜਿੱਥੇ ਪੰਜਾਬ ਦੇ ਵਿੱਚ 4 ਬੰਦੇ ਬੈਠਦੇ ਆ, ਉਹ ਮਜੀਠੀਏ ਦੇ ਉੱਤੇ ਦਰਜ ਹੋਏ ਕੇਸ ਦੀ ਗੱਲ ਜ਼ਰੂਰ ਕਰਦੇ ਆ, ਪਰ ਅਕਾਲੀ ਦਲ ਦਾ ਇਹ ਕਹਿਣਾ ਜੀ ਕਿਸੇ ਚੜ੍ਹਦੀ ਕਲਾ ਦੇ ਵਿੱਚ, ਸਾਨੂੰ ਕਿਸੇ ਕਿਸਮ ਦਾ ਕੋਈ ਡਰ ਡੁੱਕਰ ਨਹੀਂ ਕਿਉਂਕਿ ਅਸੀਂ ਸੱਚੇ ਆ। ਅਕਾਲੀ ਦਲ ਦੇ ਕੁਝ ਕੁ ਨੇਤਾ ਇਹ ਗੱਲ ਕਹਿੰਦੇ ਆ ਕਿ ਇਹਨਾਂ ਨੇ ਸਾਡੇ ਸਿਰ ਜਿਹੜੀ ਭਾਜੀ ਚਾੜੀ ਆ ਇਹ ਦੁੱਗਣੀ ਕਰਕੇ ਮੋੜਾਂਗੇ। ਅਸੀਂ ਉਹਨਾਂ ਅਧਿਕਾਰੀਆਂ, ਮੰਤਰੀਆਂ ਤੇ ਸੰਤਰੀਆਂ ਨੂੰ ਬਾਂਹ ਮਰੋੜ ਕੇ ਪੁੱਛਾਂਗੇ ਵੀ ਭਾਈ ਤੁਸੀਂ ਆਹ ਕੁਝ ਕਰਦੇ ਰਹੇ ਆ, ਸਾਡੇ ਨਾਲ ਧੱਕਾ ਕਰਦੇ ਰਹੇ ਆ। ਕਾਂਗਰਸੀ ਇਹ ਗੱਲ ਕਹਿੰਦੇ ਰੱਬ ਦੇ ਘਰ ਦੇਰ ਆ ਹਨੇਰ ਨਹੀਂ, ਸੋ ਅਸੀਂ ਜੋ ਕੁਝ ਕੀਤਾ ਠੀਕ ਕੀਤਾ। ਸੋ ਬਾਕੀ ਸਮੇਂ ਨੇ ਰੰਗ ਬਿਆਨਣਾ, ਸਮੇਂ ਤੋਂ ਵੱਡੀ ਤਾਕਤ ਕੋਈ ਨਹੀਂ। ਕੌਣ ਸਹੀ ਆ ਕੌਣ ਗਲਤ ਆ ਇਹ ਲੋਕਾਂ ਨੇ ਮੂਹਰੇ ਗੱਲ ਇੱਕ ਨਾ ਇੱਕ ਦਿਨ ਸ਼ੀਸ਼ੇ ਵਾਂਗੂ ਆ ਜਾਣੀ ਆ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਚੁੱਪ ਜਿਹੀ ਵੱਟੀ ਬੈਠੀਆਂ ਵਕਤੀ ਤੌਰ ਦੇ ਉੱਤੇ। ਵੈਸੇ ਇਸ ਗੱਲ ਦੀ ਆਸ ਆ ਕਿ ਉਹ ਸਰਗਰਮ ਹੋਣਗੀਆਂ ਕਿਉਂਕਿ ਪੰਜਾਬ ਦੇ ਵਿੱਚੋਂ ਇਹ ਖਬਰ ਆ ਰਹੀ ਹੈ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚੋਂ ਕਿ 20 ਤੋਂ ਲੈ ਕੇ 22 ਜਥੇਬੰਦੀਆਂ ਨੇ ਇਹ ਫੈਸਲਾ ਕਰ ਲਿਆ ਕਿ ਆਉਂਦੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਪੋਰਟ ਕਰਨੀ ਹੈ, ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਭੁਗਤਣਾ। ਬੜੇ ਵੱਡੇ ਪੱਧਰ ਦੇ ਉੱਤੇ ਇਸ ਗੱਲ ਦੀ ਚਰਚਾ ਛਿੜੀ ਹੈ ਤੇ ਮੈਨੂੰ ਜਾਪਦਾ ਵੀ ਇਹ ਗੱਲ ਸ਼ਾਇਦ ਗਲਤ ਵੀ ਨਾ ਹੋਵੇ ਕਿਉਂਕਿ ਇਸ ਵਕਤ ਰਵਾਇਤੀ ਪਾਰਟੀਆਂ ਦੇ ਵਿੱਚੋਂ ਜੇਕਰ ਕਿਸੇ ਇੱਕ ਪਾਰਟੀ ਦੇ ਨਾਲ ਕਿਸਾਨ ਆਗੂ ਜੁੜਦੇ ਆ, ਉਹਦੇ ਕਰਕੇ ਉਹਨਾਂ ਦੇ ਆਪਣੇ ਕਿਰਦਾਰ ਦਾ, ਆਪਣੇ ਸੰਘਰਸ਼ ਦਾ ਵੀ ਨੁਕਸਾਨ ਹੁੰਦਾ। ਕਿਉਂਕਿ ਲੋਕਾਂ ਨੇ ਇਹ ਸਵਾਲ ਕਰਨੇ ਆ ਜਿਨ੍ਹਾਂ ਨੂੰ ਆਪਾਂ ਮੰਚ ਦੇ ਉੱਤੇ ਖੜ ਕੇ ਇਹ ਗੱਲ ਕਹਿੰਦੇ ਰਹੇ ਆ ਕਿ ਇਹਨਾਂ ਨੇ ਵੀ ਕਾਨੂੰਨ ਪਾਸ ਕਰਾਉਣ 'ਚ ਯੋਗਦਾਨ ਪਾਇਆ, ਇਹਨਾਂ ਨੇ ਵੀ ਕਿਸਾਨੀ ਲਈ ਕੁਝ ਨਹੀਂ ਕੀਤਾ, ਤੇ ਉਹਨਾਂ ਦੇ ਵਿੱਚ ਹੀ ਜੇਕਰ ਜਾ ਕੇ ਵੜ ਗਏ ਤਾਂ ਫਿਰ ਸਾਡਾ ਰਹੂਗਾ ਕੀ? ਸਾਡੇ ਵਿੱਚ ਕੁਛ ਨਹੀਂ ਰਹਿਣਾ, ਅਸੀਂ ਖੋਖਲੇ ਹੋ ਜਾਣਾ। ਸੋ ਇਸ ਕਰਕੇ ਮੰਨਿਆ ਜਾ ਰਿਹਾ ਜੀ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਦੀਆਂ ਗੱਲਾਂ ਚੱਲ ਪਈਆਂ ਤੇ ਪੰਜਾਬ ਦੀਆਂ 20 ਤੋਂ ਲੈ ਕੇ 22 ਕਿਸਾਨ ਜਥੇਬੰਦੀਆਂ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾ ਚੁੱਕੀਆਂ ਕਿ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਤੁਰਾਂਗੇ। ਕੇਜਰੀਵਾਲ ਸਾਹਿਬ ਆ ਜਿਹੜੇ ਉਹ ਪੰਜਾਬ ਦੇ ਵਿੱਚ ਆਏ ਹੋਏ ਆ। ਲੰਘੇ ਕੱਲ ਉਹ ਮਾਝੇ ਦੇ ਵਿੱਚ ਸੀ, ਅੱਜ ਵੀ ਉਹਨਾਂ ਨੇ ਮਾਝੇ ਦੇ ਵਿੱਚ 2 ਦਿਨ ਆਉਂਦੇ ਹੁੰਦੇ ਉਹ, ਤੇ ਹਫ਼ਤੇ ਕੁ ਬਾਅਦ 2 ਦਿਨ ਦਾ ਗੇੜਾ ਕੇਜਰੀਵਾਲ ਹੋਰਾਂ ਨਾਲ ਹੁੰਦਾ। ਪਰ ਕੱਲ੍ਹ ਇੱਕ ਕਮਾਲ ਦੀ ਖਬਰ ਆਈ, ਕੇਜਰੀਵਾਲ ਦਿੱਲੀੋਂ ਪੰਜਾਬ ਪਹੁੰਚ ਗਏ। ਟਰਾਂਸਪੋਰਟ ਮੰਤਰੀ ਪੰਜਾਬ ਦੇ ਰਾਜਾ ਵੜਿੰਗ ਦਿੱਲੀ ਕੇਜਰੀਵਾਲ ਦੇ ਘਰ ਦੇ ਮੂਹਰੇ ਪਹੁੰਚ ਗਏ। ਉਹਨਾਂ ਨੇ ਜਾ ਕੇ ਉੱਥੇ ਪ੍ਰਦਰਸ਼ਨ ਕੀਤਾ। ਉਹ ਕਹਿੰਦੇ ਵੀ ਜਿਹੜੀਆਂ ਬਾਦਲਾਂ ਦੀਆਂ ਬੱਸਾਂ ਉਹਨਾਂ ਨੂੰ ਹੀ ਕਿਉਂ ਦਿੱਲੀ ਦੇ ਏਅਰਪੋਰਟ ਦੇ ਉੱਤੇ ਆਉਣ ਦੀ ਆਗਿਆ, ਪਨ ਬੱਸ ਨੂੰ ਕਿਉਂ ਨਹੀਂ ਇੱਥੇ ਆਉਣ ਦੀ ਆਗਿਆ? ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਮੈਂ ਵਾਰ-ਵਾਰ ਚਿੱਠੀਆਂ ਲਿਖੀਆਂ, ਇਹ ਉੱਤਰ ਕਿਉਂ ਨਹੀਂ ਦਿੰਦੇ? ਇਹ ਅੰਦਰ ਖਾਤੇ ਖਿਚੜੀ ਕੁਝ ਹੋਰ ਹੀ ਪੱਕਦੀ ਆ ਉਹਨਾਂ ਦੇ ਕਹਿਣ ਦੇ ਮੁਤਾਬਕ। ਪੱਤਰਕਾਰਾਂ ਨੇ ਤਿੱਖੇ ਸਵਾਲ ਕੀਤੇ, ਰਾਜਾ ਵੜਿੰਗ ਨੇ ਕੁਝ ਕੁ ਜਵਾਬ ਸਹੀ ਦਿੱਤੇ, ਕੁਝ ਕੁ ਉਹਨਾਂ ਨੇ ਢਾਲ ਜੇ ਦਿੱਤੇ ਆ। ਪਰ ਗੱਲ ਅਸਲ ਦੇ ਵਿੱਚ ਇਹ ਹੈ ਕਿ ਪੰਜਾਬ ਦੇ ਵਿੱਚ ਸਿਰਫ ਆਹੀ ਕੁਛ ਆ। ਹੁਣ ਪੰਜਾਬ ਦੇ ਵਿੱਚ ਸਾਰੇ ਕਾਰੋਬਾਰ ਪੈਰਾਂ ਸਿਰ ਹੋਣ, ਇਹਦੀ ਤਾਂ ਅਸੀਂ ਕਾਮਨਾ ਕਰਦੇ ਹਾਂ ਕਿਉਂਕਿ ਅਸੀਂ ਆਮ ਸਧਾਰਨ ਲੋਕ ਆ, ਇਕੱਲੀ ਕਾਮਨਾ ਹੀ ਕਰ ਸਕਦੇ ਹਾਂ। ਜਿਨ੍ਹਾਂ ਦੇ ਹੱਥ ਦੇ ਵਿੱਚ ਤਾਕਤਾਂ, ਅਸਲ ਕੰਮ ਉਹਨਾਂ ਨੇ ਕਰਕੇ ਦਿਖਾਉਣੇ ਆ। ਪਰ ਇਸ ਵੇਲੇ ਆਮ ਆਦਮੀ ਪਾਰਟੀ ਨੇ ਵੀ ਸਰਗਰਮੀ ਫੜੀ ਹੈ। ਅਕਾਲੀ ਦਲ ਦੇ ਵੱਲੋਂ ਰੈਲੀ ਤੇ ਰੈਲੀ ਕੀਤੀ ਜਾ ਰਹੀ ਹੈ।
ਬੀਜੇਪੀ ਦੇ ਵੱਲੋਂ ਹਾਲ ਦੀ ਘੜੀ ਬੰਦੇ ਭਰਤੀ ਕੀਤੇ ਜਾ ਰਹੇ ਆ। ਕਾਂਗਰਸ ਦੇ ਵੱਲੋਂ ਇੱਕ ਪਾਸੇ ਸਿੱਧੂ ਹੋਰਾਂ ਨੇ ਮੋਰਚਾ ਖੋਲ੍ਹਿਆ ਤੇ ਦੂਜੇ ਪਾਸੇ ਚੰਨੀ ਸਾਹਿਬ ਆ ਜਿਹੜੇ ਉਹ ਰੈਲੀਆਂ ਦਰ ਰੈਲੀਆਂ ਕਰ ਰਹੇ ਆ ਤੇ ਬਾਕੀ ਛੋਟੀਆਂ ਵੱਡੀਆਂ ਪਾਰਟੀਆਂ ਵੀ ਸਰਗਰਮੀ ਦੇ ਰਾਹ ਦੇ ਉੱਤੇ ਆ। ਪਰ ਚਰਨਜੀਤ ਸਿੰਘ ਚੰਨੀ ਨੂੰ ਕੁਝ ਕਿਸਾਨ ਜਥੇਬੰਦੀਆਂ ਫਿਰ ਦੋਹਰਾ ਘੇਰਾ ਪਾਉਣ ਦੀ ਤਿਆਰੀ ਦੇ ਵਿੱਚ ਹੈ, ਕਿਉਂਕਿ ਉਹਨਾਂ ਦਾ ਇਹ ਕਹਿਣਾ, ਜਿਸ ਤਰੀਕੇ ਨਾਲ ਲੰਘੇ ਕੱਲ੍ਹ ਮੀਟਿੰਗ ਹੋਈ ਸੀ ਉਹਦੇ ਵਿੱਚ ਚੰਨੀ ਹੋਰਾਂ ਨੇ ਗੱਲ ਕਹੀ ਹੈ ਕਿ ਮੁਕੰਮਲ ਕਰਜ਼ੇ ਤਾਂ ਨਹੀਂ, ਪਰ ਹਾਂ ਜਿਨ੍ਹਾਂ ਦੀ 5 ਏਕੜ ਤੋਂ ਘੱਟ ਜ਼ਮੀਨ ਆ ਉਹਨਾਂ ਦੇ ਕਰਜ਼ੇ ਮਾਫੀ ਦੇ ਉੱਤੇ ਅਸੀਂ ਖੜ੍ਹੇ ਹਾਂ। ਤੇ ਪੰਜਾਬ ਦੇ ਕਿਸਾਨ ਆਗੂਆਂ ਨੇ ਗੱਲ ਕਹੀ ਹੈ ਜੀ ਕਿ ਜੋ ਵਾਅਦੇ ਕੀਤੇ ਸਨ ਤੁਹਾਡੀ ਹੀ ਸਰਕਾਰ ਨੇ, ਤੁਹਾਡੀ ਹੀ ਪਾਰਟੀ ਨੇ, ਉਹ ਮੁਕੰਮਲ ਕਿਉਂ ਨਹੀਂ ਪੂਰੇ ਹੁੰਦੇ? ਮੁਕੰਮਲ ਪੂਰੇ ਹੋਣੇ ਵੀ ਨਹੀਂ। ਉਹਦਾ ਕਾਰਨ ਇਹ ਆ ਕਿ ਹੁਣ ਜਿਹੜੇ ਵਾਅਦੇ ਕੀਤੇ ਜਾ ਰਹੇ ਆ ਇਹ ਵੀ ਕਿਹੜਾ ਆਉਂਦੇ 5 ਵਰ੍ਹਿਆਂ ਦੇ ਵਿੱਚ ਪੂਰੇ ਹੋਣੇ ਆ। ਰੁਪਈਏ ਹੈ ਨਹੀਂ, ਪੈਸੇ ਹੈ ਨਹੀਂ। ਐਤਕੀ ਤਾਂ ਚਲੋ ਕਰੋਨਾ ਦੇ ਕਰਕੇ ਇੱਕ ਬਹਾਨਾ ਬਣ ਗਿਆ ਵੀ ਕਰੋਨਾ ਕਰਕੇ ਘਾਟਾ ਬਹੁਤ ਪੈ ਗਿਆ। ਜੇ ਨਾ ਵੀ ਪਿਆ ਹੁੰਦਾ, ਕਰੋਨਾ ਨਾ ਵੀ ਆਇਆ ਹੁੰਦਾ, ਤਾਂ ਵੀ ਤੁਸੀਂ ਕਿਸੇ ਵੀ ਸਰਕਾਰ ਦਾ ਵੇਲਾ ਦੇਖ ਲਓ, 5 ਸਾਲ ਦੇ ਵਿੱਚ ਕੀ ਕੀਤੇ ਹੋਏ ਸਾਰੇ ਵਾਅਦੇ ਪੂਰੇ ਹੋਏ। ਉਦੋਂ ਤਾਂ ਕਰੋਨਾ ਵੀ ਨਹੀਂ ਆਇਆ ਹੁੰਦਾ। ਸੋ ਕਰੋਨਾ ਵੀ ਭਾਰਤ ਦੇ ਵਿੱਚ ਸਰਕਾਰਾਂ ਦੀ ਮਰਜ਼ੀ ਮੁਤਾਬਕ ਚੱਲਦਾ। ਮੈਨੂੰ ਇੱਕ ਸੱਜਣ ਨੇ ਪੁੱਛਿਆ ਬਾਹਰੋਂ ਫੋਨ ਕਰਕੇ ਵੀ ਭਾਰਤ ਦੇ ਵਿੱਚ ਓਮੀਕਰੋਨ ਦਾ ਕਹਿਰ ਕਿੰਨਾ ਕੁ? ਮੈਂ ਕਿਹਾ ਜੀ ਬਾਹਲਾ ਨਹੀਂ। ਉਹਦਾ ਕਾਰਨ ਇਹ ਹੈ ਵੀ 5 ਸੂਬਿਆਂ ਦੇ ਵਿੱਚ ਚੋਣਾਂ ਆਉਣੀਆਂ। ਜੇ ਤਾਂ ਠੀਕ ਰਿਹਾ ਸਰਵੇਖਣ ਦੇ ਵਿੱਚ, ਹਕੂਮਤ ਦੀ ਨਜ਼ਰ ਦੇ ਵਿੱਚ ਸਾਰਾ ਕੁਝ, ਫਿਰ ਤਾਂ ਓਮੀਕਰੋਨ ਨੇੜੇ ਨਹੀਂ ਆਉਂਦਾ। ਤੇ ਜੇਕਰ ਸੂਤ ਜੇ ਨਾ ਬੈਠਿਆ ਤਾਂ ਫਿਰ ਓਮੀਕਰੋਨ ਆਊਗਾ ਹੀ ਆਊਗਾ। ਇਸ ਕਰਕੇ ਸਰਕਾਰੀ ਕਹਿਣੇ ਦੇ ਵਿੱਚ ਕਰੋਨਾ ਵੀ ਆ ਚੁੱਕਿਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।